ਪ੍ਰੇਜ਼ ਦ ਲਾਰਡ ਜੀਸਸ ਕ੍ਰਾਈਸਟ। ਅੱਜ ਦੇ ਇਸ ਵਿਸ਼ੇਸ਼ ਅਧਿਐਨ ਵਿੱਚ ਸਵਾਗਤ ਹੈ। ਅੱਜ ਅਸੀਂ ਪਾਸਟਰ ਐਲਵਿਸ ਦੇ ਇੱਕ ਬਹੁਤ ਹੀ ਡੂੰਘੇ ਅਤੇ ਦਿਲਚਸਪ ਧਰਮ ਸ਼ਾਸਤਰੀ ਵਿਸ਼ਲੇਸ਼ਣ ਤੇ ਚਰਚਾ ਕਰਨ ਜਾ ਰਹੇ ਹਾਂ। ਇਸ ਪੇਸ਼ਕਾਰੀ ਵਿੱਚ ਅਸੀਂ ਸਰੋਤ ਸਮੱਗਰੀ ਦੇ ਆਧਾਰ ਤੇ ਇੱਕ ਅਜਿਹੇ ਰਹੱਸ ਨੂੰ ਖੋਲਾਂਗੇ ਜਿਸ ਨੇ ਸਦੀਆਂ ਤੋਂ ਲੋਕਾਂ ਨੂੰ ਹੈਰਾਨ ਕੀਤਾ ਹੋਇਆ ਹੈ। ਤਾਂ ਆਓ ਬਿਨਾਂ ਕਿਸੇ ਦੇਰੀ ਦੇ ਸਿੱਧਾ ਵਿਸ਼ੇ ਤੇ ਚੱਲਦੇ ਹਾਂ। ਸਭ ਤੋਂ ਵੱਡਾ ਸਵਾਲ ਜੋ ਸ਼ਾਇਦ ਸਾਡੇ ਸਾਰਿਆਂ ਦੇ ਮਨ ਵਿੱਚ ਹੋਵੇਗਾ, ਆਖਿਰ ਇਹ ਮਸੀਹ ਵਿਰੋਧੀ ਯਾਨੀ ਐਂਟੀ ਕ੍ਰਾਈਸਟ ਅਸਲ ਵਿੱਚ ਹੈ ਕੌਣ? ਇਹ ਕੋਈ ਛੋਟਾ-ਮੋਟਾ ਸਵਾਲ ਨਹੀਂ ਹੈ। ਇਹ ਇੱਕ ਅਜਿਹੀ ਬੁਝਾਰਤ ਹੈ ਜਿਸ ਨੇ ਵੱਡੇ-ਵੱਡੇ ਵਿਦਵਾਨਾਂ ਨੂੰ ਸੋਚਣ ਤੇ ਮਜਬੂਰ ਕੀਤਾ ਹੈ। ਆਓ ਦੇਖਦੇ ਹਾਂ ਕਿ ਸਾਡੀ ਅੱਜ ਦੀ ਸਰੋਤ ਸਮੱਗਰੀ ਇਸ ਧਾਰਮਿਕ ਰਹੱਸ ਨੂੰ ਕਿਵੇਂ ਸੁਲਝਾਉਂਦੀ ਹੈ। ਇਸ ਪੂਰੀ ਕਹਾਣੀ ਦੀ ਤਹਿ ਤੱਕ ਜਾਣ ਲਈ ਅਸੀਂ ਇਹਨਾਂ 6 ਪੜਾਵਾਂ ਵਿੱਚੋਂ ਗੁਜ਼ਰਾਂਗੇ। ਮਸੀਹ ਵਿਰੋਧੀ ਦਾ ਰਹੱਸ, ਦੋਸਤ ਦੀ ਭਵਿੱਖਬਾਣੀ, ਵਿਨਾਸ਼ ਦਾ ਪੁੱਤਰ, ਦੁਸ਼ਮਣ ਦੀ ਪਹਿਚਾਣ, ਅਥਾਹ ਕੁੰਡ ਅਤੇ ਅਖੀਰ ਵਿੱਚ ਅੰਤਿਮ ਵਾਪਸੀ। ਤਾਂ ਪਹਿਲਾ ਭਾਗ, ਮਸੀਹ ਵਿਰੋਧੀ ਦਾ ਰਹੱਸ, ਕੁਝ ਗਲਤ ਧਾਰਨਾਵਾਂ। ਸਭ ਤੋਂ ਪਹਿਲਾਂ ਸਾਨੂੰ ਉਹਨਾਂ ਸਾਰੀਆਂ ਅਫਵਾਹਾਂ ਅਤੇ ਆਧੁਨਿਕ ਥਿਊਰੀਆਂ ਨੂੰ ਦਿਮਾਗ ਵਿੱਚੋਂ ਕੱਢਣਾ ਪਵੇਗਾ ਜੋ ਅਕਸਰ ਸੁਣਨ ਨੂੰ ਮਿਲਦੀਆਂ ਹਨ। ਦੇਖੋ, ਅਸੀਂ ਅਕਸਰ ਸੁਣਦੇ ਹਾਂ ਕਿ ਸ਼ਾਇਦ ਉਹ ਕੋਈ ਬਹੁਤ ਤਾਕਤਵਰ ਸਿਆਸੀ ਨੇਤਾ ਹੋਵੇਗਾ, ਜਾਂ ਸ਼ਾਇਦ ਪੂਰਬ ਤੋਂ ਆਉਣ ਵਾਲਾ ਕੋਈ ਰਾਜਾ, ਜਾਂ ਫਿਰ ਇੱਥੋਂ ਤੱਕ ਕਿ ਓਸਾਮਾ ਬਿਨ ਲਾਦਨ ਵਰਗੇ ਕਿਸੇ ਪੁਰਾਣੇ ਅੱਤਵਾਦੀ ਦਾ ਨਵਾਂ ਰੂਪ। ਪਰ ਪਾਸਟਰ ਦੇ ਅਨੁਸਾਰ ਇਹ ਸਭ ਸਿਰਫ ਧਿਆਨ ਭਟਕਾਉਣ ਵਾਲੀਆਂ ਗੱਲਾਂ ਹਨ। ਅਸਲੀਅਤ ਬਾਈਬਲ ਵਿੱਚ ਕਿਤੇ ਹੋਰ ਹੀ ਲੁਕੀ ਹੋਈ ਹੈ। ਇੱਥੋਂ ਸਾਡਾ ਦੂਜਾ ਭਾਗ ਸ਼ੁਰੂ ਹੁੰਦਾ ਹੈ, ਦੋਸਤ ਦੀ ਭਵਿੱਖਬਾਣੀ, ਪ੍ਰਾਚੀਨ ਸੁਰਾਗ। ਆਓ ਪੁਰਾਣੇ ਨੇਮ ਯਾਨੀ ਓਲਡ ਟੈਸਟਮੈਂਟ ਵਿੱਚ ਚਲੀਏ, ਜਿੱਥੇ ਇੱਕ ਬਹੁਤ ਹੀ ਵੱਡਾ ਸੁਰਾਗ ਦੱਬਿਆ ਹੋਇਆ ਹੈ। ਜ਼ਬੂਰ ਯਾਨੀ ਸਾਮਸ ਦੀ ਇਹ ਆਇਤ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਸਰੋਤ ਦੇ ਅਨੁਸਾਰ ਇਹ ਸਪਸ਼ਟ ਕਰਦੀ ਹੈ ਕਿ ਇਹ ਕੋਈ ਬਾਹਰੀ ਦੁਸ਼ਮਣ ਨਹੀਂ ਹੈ ਜਿਸ ਦੀ ਦੁਨੀਆ ਉਡੀਕ ਕਰ ਰਹੀ ਹੈ। ਬਿਲਕੁਲ ਨਹੀਂ, ਇਹ ਤਾਂ ਇੱਕ ਬਹੁਤ ਹੀ ਕਰੀਬੀ ਭਰੋਸੇਮੰਦ ਦੋਸਤ ਵਜੋਂ ਸ਼ੁਰੂ ਹੁੰਦਾ ਹੈ। ਇੱਕ ਇਹੋ ਜਿਹਾ ਇਨਸਾਨ ਜੋ ਨਾਲ ਬੈਠ ਕੇ ਰੋਟੀ ਖਾਂਦਾ ਹੈ। ਜ਼ਰਾ ਸੋਚੋ, ਕਿੰਨੀ ਡੂੰਘੀ ਗੱਲ ਹੈ ਇਹ। ਅਤੇ ਕਹਾਣੀ ਇੱਥੇ ਪੂਰੀ ਤਰ੍ਹਾਂ ਜੁੜ ਜਾਂਦੀ ਹੈ। ਲਾਸਟ ਸਪਰ ਵਾਲੀ ਰਾਤ ਨੂੰ ਯਿਸੂ ਨੇ ਖੁਦ ਉਸ ਪੁਰਾਣੀ ਭਵਿੱਖਬਾਣੀ ਨੂੰ ਸਿੱਧੇ ਤੌਰ ਤੇ ਆਪਣੇ ਧੋਖੇਬਾਜ਼ ਨਾਲ ਜੋੜ ਦਿੱਤਾ। ਮਤਲਬ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਪ੍ਰਾਚੀਨ ਆਇਤ ਅਸਲ ਵਿੱਚ ਕਿਸ ਵੱਲ ਇਸ਼ਾਰਾ ਕਰ ਰਹੀ ਸੀ। ਹੁਣ ਆਂਦੇ ਹਾਂ ਤੀਜੇ ਭਾਗ ਤੇ, ਵਿਨਾਸ਼ ਦਾ ਪੁੱਤਰ, ਸ਼ੱਕੀ ਦੀ ਪਹਿਚਾਣ। ਟਾਈਮਲਾਈਨ ਤਾਂ ਸੈੱਟ ਹੋ ਗਈ। ਹੁਣ ਸਰੋਤ ਸਮੱਗਰੀ ਸਾਨੂੰ ਇਸ ਵਿਅਕਤੀ ਨੂੰ ਦਿੱਤੇ ਗਏ ਬਿਲਕੁਲ ਖਾਸ ਖਿਤਾਬਾਂ ਵੱਲ ਲੈ ਜਾਂਦੀ ਹੈ, ਯਾਨੀ ਸਨ ਆਫ ਪਰਡਿਸ਼ਨ ਜਾਂ ਵਿਨਾਸ਼ ਦਾ ਪੁੱਤਰ। ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਯਿਸੂ ਦੇ ਇੰਨੇ ਸਾਰੇ ਚੇਲੇ ਸਨ, ਪਰ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਸਿਰਫ ਇਸ ਵਿਨਾਸ਼ ਦੇ ਪੁੱਤਰ ਨੂੰ ਹੀ ਗਵਾਇਆ ਗਿਆ ਹੈ। ਇਹ ਖਿਤਾਬ ਸਿੱਧੇ ਤੌਰ ਤੇ ਯਹੂਦਾ ਇਸਕਰਿਓਤ ਤੇ ਲੱਗਦਾ ਹੈ, ਜੋ ਕਿ ਪੂਰਨ ਤਬਾਹੀ ਦਾ ਪ੍ਰਤੀਕ ਬਣ ਗਿਆ। ਪਾਸਟਰ ਇੱਥੇ ਇੱਕ ਬਹੁਤ ਹੀ ਜ਼ਬਰਦਸਤ ਗੱਲ ਤੇ ਜ਼ੋਰ ਦਿੰਦੇ ਹਨ। ਧਿਆਨ ਦਿਓ, ਯਿਸੂ ਨੇ ਯਹੂਦਾ ਨੂੰ ਕੋਈ ਆਮ ਭਟਕਿਆ ਹੋਇਆ ਇਨਸਾਨ ਜਾਂ ਛੋਟਾ-ਮੋਟਾ ਭੂਤ ਨਹੀਂ ਕਿਹਾ। ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਮਨੁੱਖੀ ਰੂਪ ਵਿੱਚ ਇੱਕ ਸ਼ੈਤਾਨ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ। ਭਾਗ ਚੌਥਾ, ਦੁਸ਼ਮਣ ਦੀ ਪਹਿਚਾਣ, ਅੰਤਿਮ ਟਕਰਾਓ। ਹੁਣ ਅਸੀਂ ਇਸ ਦੁਸ਼ਮਣ ਦਾ ਇੱਕ ਪੂਰਾ ਪ੍ਰੋਫਾਈਲ ਤਿਆਰ ਕਰਦੇ ਹਾਂ। ਸਰੋਤ ਦੇ ਵਿਸ਼ਲੇਸ਼ਣ ਅਨੁਸਾਰ ਆਓ ਇਹਨਾਂ ਦੋ ਬਿਲਕੁਲ ਉਲਟ ਸ਼ਖਸੀਅਤਾਂ ਨੂੰ ਆਮੋ-ਸਾਹਮਣੇ ਰੱਖੀਏ। ਅਸੀਂ ਇੱਥੇ ਅੰਤਰ ਸਾਫ਼ ਦੇਖ ਸਕਦੇ ਹਾਂ। ਇਹ ਦਿਨ ਅਤੇ ਰਾਤ ਵਰਗਾ ਫਰਕ ਹੈ। ਇੱਕ ਪਾਸੇ ਯਿਸੂ ਹਨ ਜੋ ਜੀਵਨ, ਸੱਚਾਈ ਅਤੇ ਦੇਣ ਵਾਲੇ ਹਨ। ਦੂਜੇ ਪਾਸੇ ਯਹੂਦਾ ਹੈ ਜਿਸ ਨੂੰ ਬਾਈਬਲ ਵਿੱਚ ਸਪਸ਼ਟ ਤੌਰ ਤੇ ਇੱਕ ਚੋਰ ਕਿਹਾ ਗਿਆ ਹੈ। ਉਹ ਮੌਤ, ਝੂਠ ਅਤੇ ਖੋਹਣ ਦਾ ਪ੍ਰਤੀਕ ਹੈ। ਇਹ ਚੰਗਿਆਈ ਅਤੇ ਬੁਰਾਈ ਦਾ ਇੱਕ ਸੰਪੂਰਨ ਟਕਰਾਅ ਹੈ। ਹੁਣ ਵਧਦੇ ਹਾਂ ਪੰਜਵੇਂ ਭਾਗ ਵੱਲ, ਅਥਾਹ ਕੁੰਡ, ਭੱਜਣ ਦਾ ਰਸਤਾ। ਉਸ ਵੱਡੇ ਧੋਖੇ ਤੋਂ ਬਾਅਦ ਆਖਿਰ ਉਹ ਸ਼ੱਕੀ ਗਿਆ ਕਿੱਥੇ? ਇਹ ਸਵਾਲ ਸਾਨੂੰ ਇਤਿਹਾਸ ਦੇ ਇੱਕ ਬਹੁਤ ਹੀ ਭਿਆਨਕ ਸਥਾਨ ਤੇ ਲੈ ਜਾਂਦਾ ਹੈ। ਜਿਵੇਂ ਕਿ ਸਰੋਤ ਸਮੱਗਰੀ ਦੱਸਦੀ ਹੈ, ਯਹੂਦਾ ਦਾ ਅੰਤ ਬਹੁਤ ਹੀ ਭਿਆਨਕ ਅਤੇ ਹਿੰਸਕ ਸੀ। ਚਾਂਦੀ ਤੇ ਉਹਨਾਂ 30 ਸਿੱਕਿਆਂ ਨਾਲ ਖਰੀਦੀ ਗਈ ਜ਼ਮੀਨ, ਜਿਸ ਨੂੰ ਹਕਲਦਮਾ ਜਾਂ ਲਹੂ ਦਾ ਖੇਤ ਕਿਹਾ ਜਾਂਦਾ ਹੈ, ਹਮੇਸ਼ਾ ਲਈ ਉਸਦੇ ਖੂਨੀ ਅੰਤ ਨਾਲ ਜੁੜ ਗਈ। ਪਰ ਹੁਣ ਜ਼ਰਾ ਇਸ ਵਾਕ ਤੇ ਗੌਰ ਕਰੋ, ਉਸਦੀ ਆਪਣੀ ਜਗ੍ਹਾ ਯਾਨੀ ਹਿਜ਼ ਓਨ ਪਲੇਸ। ਇਹ ਬਹੁਤ ਹੀ ਡਰਾਉਣਾ ਹੈ। ਇਹ ਕੋਈ ਆਮ ਮੌਤ ਤੋਂ ਬਾਅਦ ਵਾਲੀ ਜਗ੍ਹਾ ਨਹੀਂ ਸੀ। ਇਹ ਇੱਕ ਖਾਸ ਮੰਜ਼ਿਲ ਹੈ ਜੋ ਸਿਰਫ ਤੇ ਸਿਰਫ ਉਸੇ ਲਈ ਬਣੀ ਹੈ। ਇੱਥੇ ਪਾਸਟਰ ਇੱਕ ਕਮਾਲ ਦਾ ਕਨੈਕਸ਼ਨ ਬਣਾਉਂਦੇ ਹਨ। ਉਹ ਯਹੂਦਾ ਦੀ ਇਸ ਆਪਣੀ ਜਗ੍ਹਾ ਨੂੰ ਸਿੱਧਾ ਪ੍ਰਕਾਸ਼ ਦੀ ਪੋਥੀ ਦੇ ਉਸ ਅਥਾਹ ਕੁੰਡ ਨਾਲ ਜੋੜਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਉਹੀ ਜਗ੍ਹਾ ਹੈ ਜਿੱਥੇ ਉਹ ਧੋਖੇਬਾਜ਼ ਹੁਣ ਤੱਕ ਆਪਣੀ ਵਾਪਸੀ ਦਾ ਇੰਤਜ਼ਾਰ ਕਰ ਰਿਹਾ ਹੈ।
ਹੈ ਨਾ ਹੈਰਾਨ ਕਰਨ ਵਾਲੀ ਗੱਲ? ਅਤੇ ਹੁਣ ਅਸੀਂ ਪਹੁੰਚਦੇ ਹਾਂ 6ਵੇਂ ਅਤੇ ਆਖਰੀ ਭਾਗ ਤੇ, ਅੰਤਿਮ ਵਾਪਸੀ, ਭਵਿੱਖਬਾਣੀ ਪੂਰੀ। ਇਹ ਇਸ ਪੂਰੇ ਵਿਸ਼ਲੇਸ਼ਣ ਦਾ ਸਿਖਰ ਹੈ, ਉਸ ਪੁਰਾਣੇ ਦੁਸ਼ਮਣ ਦੀ ਅੰਤਿਮ ਵਾਪਸੀ। ਜੇ ਅਸੀਂ ਇਸ ਟਾਈਮਲਾਈਨ ਨੂੰ ਦੇਖੀਏ ਤਾਂ ਸਾਨੂੰ ਪ੍ਰਵਚਨ ਦੀ ਮੁੱਖ ਦਲੀਲ ਬਿਲਕੁਲ ਸਾਫ਼ ਸਮਝ ਆ ਜਾਂਦੀ ਹੈ। ਮਸੀਹ ਵਿਰੋਧੀ ਭਵਿੱਖ ਵਿੱਚ ਪੈਦਾ ਹੋਣ ਵਾਲਾ ਕੋਈ ਨਵਾਂ ਆਦਮੀ ਨਹੀਂ ਹੈ, ਬਲਕਿ ਇਹ ਉਹੀ ਪੁਰਾਣਾ ਧੋਖੇਬਾਜ਼ ਹੈ ਜੋ ਉਸ ਅਥਾਹ ਕੁੰਡ ਵਿੱਚੋਂ ਵਾਪਸ ਆਉਣ ਵਾਲਾ ਹੈ। ਇਹ ਇਤਿਹਾਸ ਦਾ ਹੀ ਇੱਕ ਦੁਹਰਾਵ ਹੈ। ਇਸ ਵਾਪਸੀ ਨੂੰ ਸਮਝਾਉਣ ਲਈ ਸਰੋਤ ਯੀਸੂ ਦੀ ਇੱਕ ਬਹੁਤ ਹੀ ਮਸ਼ਹੂਰ ਸਿੱਖਿਆ ਦਾ ਹਵਾਲਾ ਦਿੰਦਾ ਹੈ। ਜਦੋਂ ਇੱਕ ਅਸ਼ੁੱਧ ਆਤਮਾ ਵਾਪਸ ਆਂਦੀ ਹੈ ਤਾਂ ਉਹ ਇਕੱਲੀ ਨਹੀਂ ਆਂਦੀ, ਉਹ ਆਪਣੇ ਨਾਲ 7 ਹੋਰ ਬੁਰੀਆਂ ਆਤਮਾਵਾਂ ਲਿਆਉਂਦੀ ਹੈ। ਮਤਲਬ ਕਿ ਅੰਤਿਮ ਰੂਪ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਅਤੇ ਵਿਨਾਸ਼ਕਾਰੀ ਹੋਵੇਗਾ। ਅਤੇ ਰਹੱਸਮਈ ਆਇਤ ਬਿਲਕੁਲ ਸਹੀ ਬੈਠਦੀ ਹੈ। ਬੁਲਾਰੇ ਦੀ ਦਲੀਲ ਹੈ ਕਿ ਇਹ ਲਾਈਨ ਸਿੱਧੀ ਯਹੂਦਾ ਲਈ ਕਹੀ ਗਈ ਹੈ। ਉਹ ਜੋ ਪਹਿਲਾਂ ਜ਼ਿੰਦਾ ਸੀ, ਹੁਣ ਧਰਤੀ ਤੇ ਨਹੀਂ ਹੈ, ਅਤੇ ਉਹ ਵਿਨਾਸ਼ ਦਾ ਪੁੱਤਰ ਹੈ ਜੋ ਆਪਣੇ ਅੰਤਿਮ ਨਿਆਂ ਲਈ ਦੁਬਾਰਾ ਵਾਪਸ ਆਵੇਗਾ। ਇੱਥੇ ਆ ਕੇ ਸਾਰੀਆਂ ਕੜੀਆਂ ਆਪਸ ਵਿੱਚ ਪੂਰੀ ਤਰ੍ਹਾਂ ਜੁੜ ਜਾਂਦੀਆਂ ਹਨ। ਅਸੀਂ ਇਸ ਪੇਸ਼ਕਾਰੀ ਨੂੰ ਇੱਕ ਬਹੁਤ ਹੀ ਡੂੰਘੇ ਸਵਾਲ ਨਾਲ ਖਤਮ ਕਰਦੇ ਹਾਂ। ਜੇਕਰ ਸਭ ਤੋਂ ਵੱਡਾ ਦੁਸ਼ਮਣ ਕੋਈ ਨਵਾਂ ਅਜਨਬੀ ਨਹੀਂ, ਬਲਕਿ ਅਤੀਤ ਦਾ ਹੀ ਕੋਈ ਜਾਣਿਆ ਪਛਾਣਿਆ ਚਿਹਰਾ ਹੈ, ਤਾਂ ਕੀ ਇਹ ਸਾਡੀ ਬਾਈਬਲ ਦੀਆਂ ਭਵਿੱਖਬਾਣੀਆਂ ਨੂੰ ਪੜ੍ਹਨ ਅਤੇ ਸਮਝਣ ਦਾ ਪੂਰਾ ਨਜ਼ਰੀਆ ਹੀ ਨਹੀਂ ਬਦਲ ਦਿੰਦਾ? ਇਸ ਬਾਰੇ ਜ਼ਰੂਰ ਸੋਚਿਆ ਜਾਵੇ। ਇਹ ਅਧਿਐਨ ਦੇਖਣ ਲਈ ਬਹੁਤ-ਬਹੁਤ ਧੰਨਵਾਦ।